नाम बरनत सुमत। जग और न आए महातम मैं अवतार उजागरयान कियो। तिनके दुख कोटक दूर गए मथुराज ने अमृत नाम पियो। एह पद्धत ते मत चूकै रे मन भेद बभेद न जान बियो। प्रतक्ष हृदय गुर अर्जुन का हर पूरन ब्रह्म निवास लियो। अजय गंग जल टल सिख संगत सब नावै। नित पुराण बाछिया वेद ब्रह्मा मुख गावै। अजय चवर सिर ढुलै नाम अमृत मुख लियो। गुर अर्जुन सिर शतर आप परमेश्वर दियो। मिल नानक अंगद अमर गुर। गुर रामदास हर पै गयो। हरबंस जगत जस संचर्यो। सुकवन कहै श्री गुर मोयो। देवपुरी मैं गयो आप परमेश्वर पायो। हर सिंहासन दियो श्री गुर तह बैठायो। रस कियो सुर देव तोय जस जय जय जंपै। असुर गए ते भाग पाप तिन पीतर कंपै। काटे सो पाप तिन नरों के। गुर रामदास जिन पायो। छतर सिंहासन पृथ्वी। गुर अर्जुन को दे तख्त बैठा अर्जुन गुरु। सत गुर का खिवै चंदोआ। उगवणो तयाथ वणो चहों चक्की कियन लोआ। जिनी गुरु ना सेवियो मन मुखा पया मोआ। दूनी चौनी करामात सच्चे दा सच्चा ढोआ। हम अवगुण परे एक गुण नाही। अमृत छाड़ बिखाए बिख खाई। माया मोह परम पापुले। सुत दारा स्यों प्रीत लगाई। एक उत्तम पंथ सुनो गुर संगत। तेह मिलंत जम त्रास मिटाई। एक अरदास पाठ कीरत की। गुर रामदास राखो शरनाई। सुको टल गुर सेवियै। अहनिस सहज सुभाए। दर्शन परस्या गुरु का। जन्म मरण दुख जाए। होवै सिफत खसामदी। नूर अरसां कुरसां चट्टिया। डिठे सच्चे पातशाह। मल जन्म जन्म दी कटिया। सज्जन सच्चा पातशाह। सिर शाह जिस पास बैठे सोइया।
ਸਭਨਾ ਦਾ ਵਿਸਾਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧਲੇ ਤ੍ਰਿਭਾਵਨ ਸੂਝਿਆ, ਗੁਰ ਭੇਟ ਪੁਨੀਤਾ। ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧਲੇ ਤ੍ਰਿਭਾਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਰਹਾਉ ਐਸੀ ਭਗਤ ਗੋਵਿੰਦ ਕੀ, ਕੀਟ ਹਸਤੀ ਜੀਤਾ। ਜੋ ਜੋ ਕੀਨੋ ਆਪਨੋ, ਤਿਸ ਆਪੈ ਦਾਨ ਦਿੱਤਾ। ਸਿੰਘ ਬਿਲਾਈ ਹੋਏ ਗਇਓ, ਤ੍ਰਿਣਾ ਮੇਰ ਦਿਖੀਤਾ। ਸ਼ਰਮ ਕਰਤੇ ਦਮ ਆਢ ਕੋ, ਤੇ ਗਨੀ ਤਨੀਤਾ। ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੁ, ਨਾਨਕ ਦਰ ਸਰਿਤਾ। ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੁ, ਨਾਨਕ ਦਰ ਸਰਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਮਿੱਠੀ ਗੋਦ ਅੰਦਰ ਨਾਵੇਂ ਪਾਤਸ਼ਾਹ श्री गुरु तेग बहादुर महाराज जियों के पावन पवित्र मुकद्दस स्थानां दी हाजरी भर करके जीवन सफला रहे सत्संगी जनों, सतगुरु महाराज जियों के अमृत वेले आए हुए पावन पवित्र श्रीमुख वाक जी का पाठ ने श्रवण कीता है। अज दा महान दिहाड़ा पंचम गुरुदेव शहीदां दे सरताज महाराज शांति दे पुंज धन धन श्री गुरु अर्जन देव महाराज जियों का गुरियाई दिवस है।
ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਥਾਂਏ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਉਸ ਪਾਵਨ ਪਵਿੱਤਰ ਗੱਦੀ ਉੱਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਸੁਸ਼ੋਭਿਤ ਕੀਤਾ। ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਜਿਤਨੀ ਰਸਮ ਮਰਿਆਦਾ ਸੀ, ਸਤਿਕਾਰਯੋਗ ਸ਼ਖਸੀਅਤ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਨਿਭਾਈ ਸਨ 1581 ਨੂੰ। ਇਸ ਤੋਂ ਪਹਿਲਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਨੇ ਇਸ ਉੱਤਮ ਕਾਰਜ ਦੀ ਚੋਣ ਕੀਤੀ, ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਆਪ ਪਰਿਪੂਰਨ ਪਰਮਾਤਮਾ ਦੇ ਦਰੋਂ ਕਰੋ ਲਖਾ ਕਰਕੇ ਇਸ ਵਡਿਆਈ ਨੂੰ ਲੈ ਕੇ ਆਏ ਹਨ। ਤਥਾ ਧੰਨ ਧੰਨ ਸ੍ਰੀ ਗੁਰੂ ਰਾਮ ਅਮਰਦਾਸ ਮਹਾਰਾਜ ਨਾਨਾ ਗੁਰੂ ਜੀ ਉਹਨਾਂ ਦੇ ਵੀ ਜਿਹੜੇ ਵਾਕ ਹਨ ਉਹ ਵੀ ਸਤ ਹੋਣੇ ਹਨ। ਜਿਹੜੇ ਗੋਇੰਦਵਾਲ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਾਬਤ ਕਹੇ ਹੋਏ ਨੇ ਕਿ ਦੋਹਿਤਾ ਬਾਣੀ ਕਾ ਬੋਹਿ ਥਾ, ਉਹ ਵੀ ਜਿਹੜੇ ਵਾਕ ਹਨ ਉਹ ਵੀ ਵਾਕ ਸਤ ਹੋਣੇ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੋਂ ਦੋ ਵੱਡੇ ਭਰਾਤਾ ਹਨ, ਬਾਬਾ ਪ੍ਰਿਥੀਆ ਹਨ, ਬਾਬਾ ਮਹਾਦੇਵ ਜੀ ਹਨ। ਪਰ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹੁਕਮਾਂ ਪਰ ਫੁੱਲ ਨਹੀਂ ਚੜਾਇਆ, ਬਲਕਿ ਕਿਤੇ ਨਾ ਕਿਤੇ ਹੀਲ ਹੁਜਤ ਹੀ ਕਰਦੇ ਰਹੇ। ਪਿਤਾ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹੁਕਮਾਂ ਅੱਗੇ ਔਰ 1200 ਅੰਗ ਤੇ ਜਦੋਂ ਬਾਣੀ ਆਪ ਦਰਸ਼ਨ ਕਰਦੇ ਹੋ, ਗੁਰਮੁਖ ਪਿਆਰੇ ਜੋ ਭਾਵਨਾ ਸਹਿਤ ਬਾਣੀ ਪੜ੍ਹਦੇ ਨੇ, ਜਿਨ੍ਹਾਂ ਨੇ ਸਹਿਜ ਪਾਠ ਕੀਤੇ ਹੋਏ ਹਨ, 1200 ਅੰਗ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਿਹਾ, ਹੇ ਪੁੱਤਰ ਤੂੰ ਆਪਣੇ ਪਿਤਾ ਨਾਲ ਕਿਉਂ ਲੜਦਾ ਹੈ? ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤਿਨੋ ਤੁਮ ਹੋ ਤਿਨ ਸਿਓ ਝਗਰਤ ਪਾਪ। ਕੋਈ ਕਹਿੰਦਾ ਹੈ ਫਲਾਣੇ ਕੰਮ ਦਾ ਵੱਡਾ ਪਾਪ ਹੈ, ਕੋਈ ਕਵੇ ਵੀ ਫਲਾਣੀ ਗਲਤੀ ਕਰੇ ਵੀ ਉਹਨੂੰ ਮਾਰ ਦਵੇ ਉਹ ਪਾਪ ਹੈ, ਕੋਈ ਕਹਿੰਦਾ ਗਊ ਮਾਰਨ ਦਾ ਪਾਪ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਜਨਮ ਦਿੱਤਾ ਹੈ ਉਹਦੇ ਨਾਲ ਲੜਨਾ ਇਦੋਂ ਵੱਡਾ ਹੋਰ ਕਿਹੜਾ ਪਾਪ ਹੋਏਗਾ। ਜਿਸ ਪਿਤਾ ਨੇ ਜਨਮ ਦਿੱਤਾ ਹੈ, ਅੱਜ ਉਸੇ ਪਿਤਾ ਨਾਲ ਤੂੰ ਲੜ ਰਿਹਾ ਹੈ, ਉਸੇ ਮਾਤਾ ਪਿਤਾ ਨਾਲ ਤੂੰ ਲੜਾਈ ਝਗੜਾ ਪਿਆ ਕਰਦਾ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਹੋਰ ਮਹਾਰਾਜ ਜੀ ਨੇ ਕਹਿ ਵੀ ਦਿੱਤਾ ਬਾਬੇ ਪ੍ਰਿਥੀਏ ਨੂੰ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਕਈ ਵਾਰ ਕੀ ਹੁੰਦਾ ਹੈ, ਪੁੱਤਰ ਪਿਤਾ ਨਾਲੋਂ ਵੱਧ ਕਮਾ ਲਵੇ ਤਾਂ ਵੀ ਜਿਹੜੀ ਅਕਲ ਹੈ ਉਹ ਟਿਕਾਣੇ ਨਹੀਂ ਰਹਿੰਦੀ। ਪੁੱਤਰ ਕਹਿੰਦਾ ਹੈ ਪਿਤਾ ਨੂੰ ਵੀ ਤੁਸੀਂ ਕਮਾਇਆ ਹੀ ਕੀ ਹੈ, ਮੈਂ ਵੇਖੋ ਕਿੰਨੇ ਮੇਰੇ ਕੋਲ ਟੈਕਟਿਸ ਨੇ, ਕਿੰਨੀਆਂ ਮੇਰੇ ਕੋਲ ਤਰੀਕੇ ਨੇ ਪੈਸੇ ਕਮਾਉਣ ਦੇ। ਮਹਾਰਾਜ ਕਹਿਣ ਲੱਗੇ ਭਾਈ ਜਿਸ ਧਨ ਕਾ ਤੁਮ ਗਰਭ ਕਰਤ ਹੋ, ਜਿਹੜੇ ਚਾਰ ਛਿਲੜਾਂ ਦਾ ਤੂੰ ਮਾਣ ਕਰਨਾ ਹੈ, ਇਹਦਾ ਕੀ ਵਸਾ ਹੈ, ਅੱਜ ਹੈ ਕੱਲ ਨੂੰ ਨਾ ਹੋਵੇ। ਖਿਨ ਮੈਂ ਛੋੜ ਜਾਏ ਵਿਖਿਆ ਰਸ, ਖਿਨ ਮੈਂ ਮਹਾਰਾਜ ਕਹਿੰਦੇ ਖਿਨ ਵਿੱਚ ਹੀ ਮਾਇਆ ਚਲੀ ਵੀ ਜਾ ਸਕਦੀ ਹੈ, ਐਸਾ ਤਾਂ ਨਹੀਂ ਵੀ ਇਸ ਦੀ ਵੀ ਪੱਕੀ ਤੇਰੇ ਕੋਲ ਹੀ ਹੈ। ਸੋ ਜਿਹੜਾ ਇਹ ਸ਼ਬਦ ਸੀ ਇਹ ਬਾਬੇ ਪ੍ਰਿਥੀਏ ਪਰਥਾਏ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁੱਤਰ ਪਰਥਾਏ ਉਚਾਰਨ ਕੀਤਾ।
ਸੋ ਜਿਹੜਾ ਸੁਭਾਅ ਸੀ ਬਾਬੇ ਪ੍ਰਿਥੀਏ ਦਾ ਉਹਦੇ ਬਾਬਤ ਦਰਸ਼ਨ ਕਰਨੇ ਹਾਂ। ਬਾਬਾ ਮਹਾਦੇਵ ਜੀਆਂ ਦਾ ਸੁਭਾਅ ਵਿਰਕਤ ਸੀ, ਬਹੁਤਾ ਨਹੀਂ ਸਨ ਕਿਸੇ ਨਾਲ ਬੋਲ ਚਾਲ ਰੱਖਦੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆਂ ਵਿੱਚੋਂ ਉਮਰ ਕਰਕੇ ਛੋਟੇ ਹਨ ਪਾਤਸ਼ਾਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹੁਕਮਾਂ ਪਰ ਫੁੱਲ ਚੜਾਉਂਦੇ ਜਿਸ ਪਾਸੇ ਵੀ ਤੋਰਿਆ, ਜਿਹੜਾ ਵੀ ਹੁਕਮ ਲਾਇਆ ਸਿਰ ਮੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੰਨਦੇ ਰਹੇ। ਸਤਿਗੁਰੂ ਪਰਿਪੂਰਨ ਪਰਮਾਤਮਾ ਦੇ ਦਰੋਂ ਘਰੋਂ ਲਿਖਾ ਕੇ ਲਿਆਏ ਹਨ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵਾਕ ਸਿੱਧ ਹੋਣੇ ਹਨ। ਮਹਾਰਾਜ ਜੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ 1581 ਨੂੰ ਆਪਣੀ ਥਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬਿਠਾ ਲਿਆ। ਪਾਵਨ ਪਵਿੱਤਰ ਸਵਈਆਂ ਅੰਦਰ ਪੰਜਵੇਂ ਪਾਤਸ਼ਾਹ ਜੀਆਂ ਦੇ ਪਾਵਨ ਜਿਹੜੇ ਸਵਈਏ ਹਨ, 2 ਸਵਈਏ ਅਖੀਰ ਵਾਲੇ ਭੱਟ ਹਰਬੰਸ ਜੀ ਦੇ ਹਨ। ਜਿਸ ਦਿਨ ਬਿਠਾਇਆ, ਜਿਸ ਦਿਨ ਆਸਣਾ ਉੱਪਰ ਸੁਸ਼ੋਭਿਤ ਕੀਤਾ ਮਹਾਰਾਜ ਜੀਆਂ ਨੂੰ, ਬਾਬੇ ਪ੍ਰਿਥੀ ਨੇ ਇਸ ਗੱਲ ਦਾ ਰੌਲਾ ਪਾਇਆ। ਰੌਲਾ ਇਸ ਗੱਲ ਦਾ ਪਾਇਆ ਕਿ ਲੋਕੋ, ਧੰਨ ਗੁਰੂ ਰਾਮਦਾਸ ਮਹਾਰਾਜ ਠੀਕ ਠਾਕ ਸਨ, ਇਹਨਾਂ ਨੇ ਪਤਾ ਨਹੀਂ ਕੀ ਕਰ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਬਾਬਤ ਇਹ ਕਿਹਾ, ਅਜੈ ਗੰਗ ਜਲ ਟਲ ਸਿੱਖ ਸੰਗਤ ਸਭਨਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲਾ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸ਼੍ਰੀ ਗੁਰ ਮੋਇਓ। ਕੌਣ ਕਹਿੰਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮੋਏ ਹਨ? ਕੌਣ ਕਹਿੰਦਾ ਹੈ? ਬਲਕਿ ਉਹ ਤਾਂ ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਪਾਇਓ। ਇਹ ਵੀ ਇਤਿਹਾਸਕਾਰ ਲਿਖਦੇ ਨੇ ਉੱਥੇ। ਇਸ ਤਰੀਕੇ ਨਾਲ ਵੀ ਇਹ ਰੌਲਾ ਪਾਇਆ ਗਿਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਆਸਨਾ ਪਰ ਸੁਸ਼ੋਭਿਤ ਹੋਏ। ਭੱਟ ਭਾਈ ਸੱਤਾ ਭਾਈ ਬਲਵੰਡ ਜੀ ਬਚਨ ਲਿਖਦੇ ਹਨ, ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਇਆ ਹੋਆ। ਖੀਰ ਵਾਲੀ ਪੌੜੀ ਪੰਜਵੇਂ ਪਾਤਸ਼ਾਹ ਜੀਆਂ ਦੀ ਉਸਤਤ ਵਿੱਚ ਉਚਾਰਨ ਕੀਤੀ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾ ਨਰੋਆ। ਤਖਤ ਬੈਠਾ ਅਰਜਨ ਗੁਰੂ, ਸਤ ਗੁਰੂ ਕਾ ਖਿਵੈ ਚੰਦੋਆ। ਉਗਵਣੋ ਤਾਂ ਆਥ ਵਣੋ, ਚੌ ਚੱਕੀ ਕੀਨ ਲੋਆ। ਜਿਨੀ ਗੁਰੂ ਨਾ ਸੇਵਿਓ, ਮਨਮੁਖਾਂ ਪਿਆ ਮੋਆ। ਭਾਈ ਸੱਤਾ ਭਾਈ ਬਲਵੰਡ ਜੀ ਬਚਨ ਲਿਖਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਉਪਮਾ ਦੇ ਅੰਦਰ ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀਆਂ ਬੇਅੰਤ 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 ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ। ਬੇਅੰਤ ਗੁਣਾਂ ਦੇ ਮਾਲਕ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਹੈ। ਪਾਤਸ਼ਾਹ ਜੀ ਦਾ ਇਤਿਹਾਸ ਬਹੁਤਾਤ ਵਿੱਚ ਲਮੇਰਾ ਹੈ। ਮਹਾਰਾਜ ਜੀਆਂ ਦਾ ਪਾਤਸ਼ਾਹ ਜੀਆਂ ਦੇ ਚਰਨਾਂ ਪਰ ਨਮਸਕਾਰ। ਜਿਹੜੇ ਜਿਹੜੇ ਪਾਤਸ਼ਾਹ ਜੀਆਂ ਨੇ ਰਹਿਮਤ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਇੱਕ ਥਾਂ ਤੇ ਇਕੱਤਰ ਕਰਕੇ ਬੀੜ ਬੰਨੀ। ਕੱਲ ਰੋਜ਼ ਆਪਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾਏ ਹਨ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀਆਂ ਕੀਤੀਆਂ ਰਹਿਮਤਾਂ ਹਨ। ਸਾਡੇ ਉੱਪਰ ਕੀਤੇ ਹੋਏ ਤਰਸ ਹਨ ਬੱਚਿਆਂ ਉੱਪਰ। ਵੱਖਰੀ ਗੱਲ ਹੈ ਅੰਮ੍ਰਿਤ ਕੀ ਸਾਰ ਸੋਈ ਜਾਣਾ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਇਹ ਕਿਤਨੇ ਵੱਡੇ ਉੱਤਮ ਕਾਰਜ ਹਨ ਭਾਈ, ਉਹ ਜਾਣ ਸਕਦਾ ਹੈ ਜਿਹੜਾ ਭਾਈ ਕੋਲੋਂ ਕੋਈ ਇਹਨਾਂ ਮਹਾਰਾਜ ਜੀਆਂ ਦੀਆਂ ਬਰਕਤਾਂ ਨੂੰ ਜਾਣਨ ਵਾਲਾ ਹੋਵੇ।
विन गाहक गुण वेचिया तौ गुण सहगो जाए, गुण का गाहक जे मिलै तौ गुण लाख वकाए। हुण भाई जिन्हों नहीं कीमत किसी शै दी पता, वो भाई मंडी विच जाके उन्होंने कोई पता ही नहीं भी इहदी कीमत की है, तो उसकी कदर नहीं जानेगा। जदों तक किसी शै दी कीमत का नहीं पता उदों तक उसकी कदर नहीं जान सकता। महाराजियां दी पावन पवित्र साडे उपर कीतियां बेअंत महाराजियां दे कीतियां रहमतां विचों एक पातशाह जी ने रहमत ये भी कीती, पावन पवित्र बाणी साडे कलयुगी जीवां वास्ते महाराजियां ने उचारण कीती। सो आओ जो अमृत वेले पावन श्री मुख वाक महाराजियां दे आए हुए हन। पावन पवित्र महाराजियां दे ना शब्दां दी कथा विचार गुरु दी दित्ती होई मत द्वारा पातशाह जियां दे पावन पवित्र बचनां दे दर्शन करिए जी। उचारण करो जी सतनाम श्री वाहेगुरु साहिब जी। सतनाम श्री वाहेगुरु साहिब जी। बिलावला महला पंजवा। पिंगल पर्वत पार परे खाल चातुर बकीता। राग बिलावल है तथा शहीदां दे सरताज पंचम पातशाह महाराज शब्द दे उचारण करता है। पावन पवित्र बचन शब्दां दी जो रहाओ वाली पंक्ति है, महाराजियां ने कहा महिमा साधु संग की सुनो मेरे मीता। पातशाह जी महिमा दस रहे हैं गुरु संगत दी, साध संगत दी। भाई जिहड़ी महिमा है आओ भाईओ महिमा सुनो। जो पातशाह जियां दियां घर दियां बरकतां हन वडियाइयां हन महाराज जी वो गिना रहे हैं। जो गुरु दी छोह है गुरु दी कृपा है महाराजियां ने वो गिनाई। पिंगुल पर्वत पार परे। भाई महाराज जी जो रहमत करते हैं जेड़े लत्तां तो आतुर सन तुरन तो पिंगले सन नहीं सन चल सकते, पर्वत पार परे ऐसी रहमतां कीतियां ऐसियां बरकतां महाराज जी दियां ओ भी चलन समर्थ होए तुरन समर्थ होए। इन्ने मालक जियां ने तंदुरुस्त नरोए कीता ओ पहाड़ां नूं सर कर गए। गज के आखो सतनाम श्री वाहिगुरु। पर्वत पार परे खल चतुर बकीता। तथा खल कहिए मूर्ख नूं, चतुर कहिए सियाना, बकीता कहिए वख्यान करता कथाकार। इतनी पातशाह जियां ने रहमत कीती जिहड़े कोई मूर्ख सन जिन्हां नूं जगत विच बोलना नहीं सी आउंदा, पातशाह जियां दी छो ऐसी ओ भी ऐसे सियाणे व्याख्याकार बन गए। खल मूर्ख सियाणे वो भी दानश्वर विद्वान बन गए महाराजियां दी रहमत कृपा सदका, गुरु दी कृपा सदका। ऐसी पातशाह जियां ने कृपालता कीती। अंदुले त्रिभावन सूझिया गुर पेट पुनीता। और नेत्रहीन अंधले ओनू तीन भवनां दी त्रै कालदर्शी बन गया जदों रहमतां कीतियां। अंधले त्रिभवन सूझिया गुर भेट पुनीता। ऐसी सी गुरु दी भेंट, ऐसी सी गुरु दी भेंट। गुरुद्वारा श्री पंजोखरा साहिब जदों भी पावन ने शब्द पढ़ने हा श्री गुरु हरकृष्ण महाराज सच्चे पातशाह जियां दे वेले दा वाकियात अखां सामे आ जांदा है। हंकारी हो गया ना लाल चंद। पंडित अहंकारी इस गल्लों हो गया कि पातशाह धन श्री गुरु हरकृष्ण महाराज जियां दा नाम सुन करके कि इन्हां ने अपना नाम
ਸ਼੍ਰੀ ਗੁਰੂ ਹਰਿਕ੍ਰਿਸ਼ਨ ਇਸ ਤਰੀਕੇ ਨਾਲ ਰੱਖਿਆ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਬਰਾਬਰਤਾ ਹੀ ਕਰਦੇ ਨੇ ਕਿ ਇਹ ਉਸ ਪਾਵਨ ਗੀਤਾ ਦੇ ਅਰਥ ਕਰ ਸਕਣਗੇ, ਕਿ ਉਹਨਾਂ ਸ਼ਰੂਤੀਆਂ ਦੇ, ਕਿ ਉਹਨਾਂ ਸ਼ਲੋਕਾਂ ਦੇ ਅਰਥ ਕਰ ਸਕਣਗੇ। ਇਸ ਬਾਤ ਦਾ ਵੀ ਉਹਨੇ ਰੌਲਾ ਪਾਇਆ। ਮਹਾਰਾਜ ਜੀਆਂ ਦੇ ਕੋਲ ਖਬਰ ਪਹੁੰਚਦੀ ਹੈ, ਪਾਤਸ਼ਾਹ ਜੀ ਤਾਂ ਆਪਣੇ ਆਪ ਨੂੰ ਜਗਤ ਦੇ ਅੰਦਰ ਪ੍ਰਗਟਾਉਂਦੇ ਨਹੀਂ ਹਨ, ਪਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੂੰ ਕੋਈ ਚੋਟ ਮਾਰਦਾ ਹੈ, ਉਸ ਜੋਤ ਨੂੰ ਕੋਈ ਚੋਟ ਲਾਉਂਦਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਦਾ ਉੱਤਰ ਦਿੰਦੇ ਹਨ, ਭਾਈ ਸਾਡੇ ਵੱਲੋਂ ਕੀ ਜੇ ਅਸੀਂ ਅਰਥ ਕਰ ਦਿੱਤੇ, ਤੁਸੀਂ ਕਹੋਗੇ ਵੀ ਚਲੋ ਅਮੀਰ ਘਰਾਣੇ ਵਿੱਚੋਂ ਸੋ ਪੜ੍ਹ ਲਿਆ ਤੁਸਾਂ ਨੇ, ਕਿਸੇ ਨੂੰ ਵੀ ਲਿਆ ਲੈ ਕਰਕੇ ਐਸੇ ਨੂੰ ਆਇਆ ਜਿਨੇ ਵਿਆਖਿਆ ਤਾਂ ਕਰਨੀ ਦੂਰ ਦੀ ਗੱਲ, ਜਿਹੜਾ ਬੋਲਣ ਤੋਂ ਵੀ ਆਤਰ ਸੀ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਿਹੜਾ ਬੋਲ ਵੀ ਨਹੀਂ ਸੀ ਸਕਦਾ, ਚੋਣ ਵੀ ਐਸੇ ਦੀ ਕੀਤੀ। ਜਦੋਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦੀ ਰਹਿਮਤ ਹੋਈ, ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਨੇ ਰਹਿਮਤਾਂ ਭਰੀ ਛੜੀ ਤੇ ਸੀਸ ਦੇ ਉੱਪਰ ਰੱਖੀ, ਤੇ ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਹੀ ਲੱਗੇ ਕਹਿਣ, ਕਹਿੰਦੇ ਫਿਰ ਪੜ੍ਹ ਸ਼ਲੋਕ, ਕੱਲੇ ਅਰਥ ਹੀ ਨਹੀਂ ਕੀਤੇ, ਸ਼ਲੋਕ ਵੀ ਨਾਲ ਪੜ੍ਹ ਦਿੱਤੇ। ਇਹ ਹੈ ਗੁਰੂ ਦੀ ਭੇਟ, ਗੁਰੂ ਦੀ ਭੇਟ। ਬਾਬਾ ਕਬੀਰ ਸਾਹਿਬ ਤਾਂ ਹੀ ਤਾਂ ਬਚਨ ਕਰਦੇ ਹਨ, ਕਬੀਰ ਏਕ ਘਰੀ ਆਦੀ ਕਰੀ ਆਦੀ ਹੂੰ ਫੁਨਿਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਭਾਈ ਇਹਦੇ ਵਿੱਚ ਲਾਭ ਹੀ ਲਾਭ ਹੈ, ਭਾਈ ਇਹਦੇ ਅੰਦਰ ਵੱਡਾ ਲਾਭ ਹੈ। ਅੰਦਲੇ ਤ੍ਰਿਭਵਨ ਸੂਝਿਆ, ਜਿਹੜੇ ਨੇਤਰਹੀਨ ਸਨ, ਤ੍ਰਿਭਵਨ ਸੂਝਿਆ ਕਹੀਏ, ਤਿੰਨ ਕਾਲ ਤ੍ਰੈ ਕਾਲ ਦਰਸ਼ੀ ਉਹ ਹੋ ਗਏ ਜਦੋਂ ਗੁਰੂ ਨੂੰ ਮਿਲੇ ਹਨ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਹੇ ਮੇਰੇ ਮਿੱਤਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਹੇ ਮੇਰੇ ਮਿੱਤਰ ਆ ਕੋਲ ਬੈਠ, ਕੋਲ ਬੈਠ ਕਰਕੇ ਤੂੰ ਸਾਧੂ ਸੰਗ ਦੀ ਮਹਿਮਾ ਵਡਿਆਈ ਸੁਣ, ਵੀ ਸਾਧੂਆਂ ਦੇ ਸੰਗ ਦੀ ਵੱਡੀ ਮਹਿਮਾ ਕੀ ਹੈ। ਪਾਤਸ਼ਾਹ ਪਾਵਨ ਪਵਿੱਤਰ ਬਾਣੀ ਅੰਦਰ ਜਿਹੜੀ ਬਖਸ਼ਿਸ਼ ਕਰ ਰਹੇ ਹਨ, ਆ ਮਹਿਮੂ ਸਾਧੂਆਂ ਦੀ ਜਿਹੜੀ ਮਹਿਮਾ ਹੈ, ਵਡਿਆਈ ਹੈ ਸੰਗਤ ਦੀ, ਤੂੰ ਉਹਦੀ ਮਹਿਮਾ ਨੂੰ ਸਰਵਣ ਕਰ। ਕਿਸ ਤਰੀਕੇ ਦੇ ਨਾਲ ਜੀਵਨ ਦੇ ਵਿੱਚ ਪਲਟਾ ਮਾਲਕ ਦੀ ਇਹ ਸੰਗਤ ਕਿਸ ਪ੍ਰਕਾਰ ਜੀਵਨ ਵਿੱਚ ਪਲਟਾ ਲਿਆ ਦਿੰਦੀ ਹੈ। ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸ਼ਲੋਕ, ਜਿੱਥੇ ਉਹਨਾਂ ਨੇ ਬਚਨ ਕੀਤੇ, ਭਾਈ ਸਾਕਤਾਂ ਦੀ ਸੰਗਤ ਤੋਂ ਦੂਰ ਰਹੋ ਔਰ ਸਾਧੂਆਂ ਦੀ ਸੰਗਤ ਦੇ ਅੰਦਰ ਜੁੜ। ਸਾਧੂਆਂ ਦੀ ਸੰਗਤ ਇਸ ਪ੍ਰਕਾਰ ਹੈ ਜਿਵੇਂ ਕੋਈ ਚੰਦਨ ਦੇ ਰੁੱਖ ਦੇ ਕੋਲ ਜਿਹੜੀ ਹੋਰ ਬਨਸਪਤੀ ਹੋਵੇ, ਉਹ ਵੀ ਸੁਗੰਧੀ ਦੇ ਨਾਲ ਲਬਰੇਜ਼ ਹੋ ਜਾਂਦੀ ਹੈ, ਉਹ ਵੀ ਭਰ ਜਾਂਦੀ ਹੈ, ਕਿਉਂਕਿ ਉਹਨਾਂ ਸੰਗਤ ਕਰ ਲਈ ਨਾ। ਤੇ ਸੰਗਤ ਕੈਸੇ ਦੀ ਕਰਨੀ ਹੈ, ਜਿੱਥੋਂ ਤੈਨੂੰ ਕੋਈ ਲਾਹਾ ਪ੍ਰਾਪਤ ਹੋ ਸਕੇ। ਐਸੇ ਦੀ ਸੰਗਤ ਕਰ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਹੈ ਮੇਰੇ ਮਿੱਤਰ, ਤੂੰ ਇਹ ਵਡਿਆਈ ਸਰਵਣ ਕਰ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਮੈਲ ਖੋਈ ਹਿਰਦੇ ਦੀ ਜਿਹੜੀ ਮੈਲ, ਪਾਪਾਂ ਦੀ ਮੈਲ, ਵਕਾਰਾਂ ਦੀ ਮੈਲ, ਉਹ ਮਾਲਕ ਜੀ ਨੇ ਧੋ ਦਿੱਤੀ, ਸੰਗਤ ਨੇ ਧੋ ਦਿੱਤੀ, ਮੈਲ ਖੋਈ। ਕੋਟ ਅਗ ਹਰੇ ਕਹੀਏ, ਜਿਹੜੇ ਕਰੋੜਾ ਪਾਪ ਸਨ ਅਗ, ਉਹ ਦੂਰ ਹੋਏ, ਔਰ ਅੰਦਰ ਜਿਹੜਾ ਸੀ ਹਿਰਦਾ ਉਹ ਨਿਰਮਲ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ, ਭਲੇ ਪੁਰਖਾਂ ਦੀ ਸੰਗਤ ਦੇ ਨਾਲ। ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਇੱਕ ਸ਼ਲੋਕ ਹੈ,
ਉਹਨਾਂ ਕਿਹਾ ਸੰਗਤ ਕਰ, ਪਰ ਕਰਨੀ ਕਿਸ ਤਰ੍ਹਾਂ ਹੈ ਇਹ ਵੀ ਤਰੀਕਾ ਦੱਸ ਦਿੱਤਾ। ਕਰਨੀ ਕਿਸ ਤਰ੍ਹਾਂ ਹੈ। ਸਤਿਕਾਰਯੋਗ ਸ਼ਖਸੀਅਤ ਗੁਰਮੁਖ ਪਿਆਰੇ ਵਿਦਵਾਨ ਹੋਏ ਇਸ ਪ੍ਰਕਰਨ ਦੀ ਕਥਾ ਕਰਦੇ ਉਹਨਾਂ ਭਿੱਜ ਕੇ ਕਹਿਣਾ, ਨਹਿਰ ਵਾਲੇ ਨਲਕੇ ਵਿੱਚ ਪਾਣੀ ਠੰਡਾ ਹੈ। ਜੋ ਨਹਿਰ ਦੇ ਕਿਨਾਰੇ ਨਲਕਾ ਹੋਵੇ ਨਾ, 8-10 ਫੁੱਟ ਦੀ ਦੂਰੀ ਤੇ ਹੋਵੇ, 10 ਫੁੱਟ ਦੀ ਦੂਰੀ ਤੇ ਲੋਕ ਨਹਿਰ ਵਾਲੇ ਨਲਕੇ ਤੋਂ ਉਥੋਂ ਪਾਣੀ ਭਰਦੇ ਨੇ। ਕਹਿੰਦੇ ਨੇ ਵੀ ਨਹਿਰ ਦੇ ਕੋਲ ਹੈ, ਠੰਡਾ ਹੋਵੇਗਾ। ਹਾਲਾਂਕਿ 100 ਫੁੱਟ ਕੋਈ ਹੋਰ ਪਾਸੇ ਹੋਵੇ ਪਾਣੀ ਗਰਮ ਉਹਦਾ। ਕਹਿੰਦੇ ਇਹਦੇ ਤੋਂ ਪਾਣੀ ਭਰ ਕਿਉਂ? ਕਹਿੰਦੇ ਜੀ ਇਹਨੇ ਸੰਗਤ ਕਰ ਲਈ ਨਹਿਰ ਦੀ, ਇਹ ਕੋਲ ਹੈ ਨਾ, ਠੰਡਾ ਹੋ ਜਾਏਗਾ। ਪਾਤਸ਼ਾਹ ਸੀ ਤੁਹਾਡੀ ਸੰਗਤ ਕਰਨੇ ਹਾਂ, ਦਿਨ ਦੇ ਸਮੇਂ ਤਾਬਿਆਂ ਦੀਆਂ ਸੇਵਾਵਾਂ ਨਿਭਾਉਂਦੇ ਹਾਂ। ਪਾਤਸ਼ਾਹ ਰਹਿਮਤ ਕਰੋ ਕਿਨਕਾ ਮਾਤਰ, ਪਾਵਨ ਪਵਿੱਤਰ ਆਪ ਜੀਆਂ ਦੀ ਬਾਣੀ ਦੀ ਸੁਗੰਧਤ ਆ ਜਾਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਗੰਧੀ ਆ ਜਾਏ, ਪਰ ਕਈ ਵਾਰ ਨਹੀਂ ਆਉਂਦੀ। ਮਹਾਰਾਜ ਕਿਉਂ ਨਹੀਂ ਆਉਂਦੀ? ਪਾਤਸ਼ਾਹ ਬਾਣੀ ਪੜ੍ਹਦੇ ਕਿਉਂ ਨਹੀਂ ਆਈ? ਕਹਿੰਦੇ ਸੰਗਤ ਕੀਤੀ ਬਾਂਸ ਵਾਂਗੂ ਕਰ ਲਈ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਕਬੀਰ ਬਾਂਸ ਬੁਢਾਈ ਬੁੱਢਿਆ ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਸੁਗੰਧ ਨਾ ਹੋਏ। ਉਹ ਆਪਣੇ ਅਹੰਕਾਰ ਵਿੱਚ ਹੀ ਬਾਂਸ ਰਹਿ ਗਿਆ। ਬਾਬਾ ਜੀ ਲੱਗੇ ਕਹਿਣ, ਕਹਿੰਦੇ ਜਿੰਨੀ ਬਨਸਪਤੀ ਸੀ ਸਾਰੀ ਲਬਰੇਜ਼ ਹੋ ਗਈ, ਭਰ ਗਈ ਸਾਰੀ, ਪਰ ਇੱਕ ਨਾ ਭਰਿਆ। ਕੌਣ? ਬਾਂਸ ਨਹੀਂ ਭਰਿਆ। ਉਹਨੂੰ ਆਪਣਾ ਅਹੰਕਾਰ ਚੁੱਕੀ ਫਿਰਦਾ ਸੀ ਵੀ ਮੈਂ ਲੰਮਾ ਬੰਦਾ, ਆਪਣਾ ਅਹੰਕਾਰ ਹੀ ਚੁੱਕੀ ਫਿਰਦਾ ਵੀ ਮੇਰੇ ਕੋਲ ਇੰਨੀ ਧਨ ਦੌਲਤ ਹੈ, ਮੈਂ ਐਡਾ ਵਿਦਵਾਨ ਹਾਂ, ਮੈਂ ਇੰਨਾ ਹਾਂ। ਮਹਾਰਾਜ ਕਹਿੰਦੇ ਭਾਈ ਵੱਡਾ ਹੋਵੇਗਾ। ਉਹ ਖਾਲੀ ਰਹਿ ਗਿਆ। ਬਾਬਾ ਜੀ ਕਹਿੰਦੇ ਬਾਕੀ ਜਿੰਨੀ ਵਨਸਪਤੀ ਸੀ, ਚੰਦਨ ਕਾ ਨਿਕਟਾ ਬਸੈ ਬਾਂਸ ਸੁਗੰਧ ਨਾ ਹੋਏ, ਉਹ ਨਹੀਂ ਭਰਿਆ, ਖਾਲੀ ਰਹਿ ਗਿਆ। ਖਾਲੀ ਰਹਿ ਜਾਈਦਾ ਹੈ। ਵਕਾਰਾਂ ਸੇਤੀ ਹੰਕਾਰ ਹੈ ਨਾ, ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ। ਇਹੀ ਤਾਂ ਨਿਵਨ ਨਹੀਂ ਦਿੰਦਾ। ਉਹ ਤੰਗੀ ਪਹਿਰੀ ਗਹਿਰੀ ਗੰਭੀਰੀ, ਸਸੁੜ ਸੋਈਆ ਕਿਵ ਕਰੀ ਨਿਵਨ ਨਾ ਜਾਏ ਤਨੀ। ਗੱਜ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇਪੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਬਤਨੀ। ਕਾਹਦਾ ਭਲਾ ਤੂੰ ਅਹੰਕਾਰ ਜੀਵ ਚੁੱਕੀ ਫਿਰਦਾ ਹੈ। ਸੰਗਤ ਕਰ, ਸੰਗਤ ਨਿਰਮਾਣਤਾ ਨਿਮਰਤਾ ਨਾਲ ਕਰ। ਸੰਗਤ ਕਰਨੀ ਕਿਸ ਤਰ੍ਹਾਂ ਹੈ ਇਹ ਵੀ ਸਿੱਖ ਲੈ। ਸੰਗਤ ਕਰਨੀ ਕਿਸ ਤਰ੍ਹਾਂ ਹੈ ਇਹ ਵੀ ਤੈਨੂੰ ਪਤਾ ਹੋਵੇ। ਕੋਲ ਕੀ ਰੱਖਣਾ ਹੈ, ਸੁੱਟਣਾ ਕੀ ਹੈ। ਛਾਨਣੀ ਆਟਾ ਛਾਣਦਿਆਂ ਜਿੰਨਾ ਵੀ ਚੰਗਾ ਹੈ ਹੇਠਾਂ ਸੁੱਟ ਦਿੰਦੀ ਹੈ, ਆਪਣੇ ਕੋਲ ਫੋਕ ਕੱਲਾ ਰੱਖ ਲੈਂਦੀ ਹੈ। ਜਿੰਨਾ ਵੀ ਚੰਗਾ ਆਟਾ ਹੇਠਾਂ ਆਪਣੇ ਕੋਲ, ਉਹਨੇ ਕੰਕਰ ਬਾਕੀ ਸਾਰੇ ਰੋੜ ਉਹਨੇ ਆਪਣੇ ਕੋਲ ਰੱਖ ਲਏ। ਛੱਜ ਨੇ ਜਿੰਨਾ ਕੁਝ ਸੀ ਮਾੜਾ ਬਾਹਰ ਸੁੱਟ ਦਿੱਤਾ, ਕੰਕਰ ਰੋੜ ਬਾਹਰ ਸੁੱਟ ਦਿੱਤੇ, ਆਪਣੇ ਕੋਲ ਚੰਗਾ ਰੱਖ ਲਿਆ। ਸੰਗਤ ਕਰ ਨਿਰਮਾਣਤਾ ਨਿਮਰਤਾ ਦੇ ਨਾਲ। ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਬੋਲ, ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਨੋ ਮੇਰੇ ਮੀਤਾ, ਸੁਨੋ ਮੇਰੇ ਮੀਤਾ, ਸੁਨੋ ਮੇਰੇ ਮੀਤਾ, ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਮੈਲ ਖੋਈ ਕੋਟ ਅਗ ਹਰੇ, ਮੈਲ ਖੋਈ ਕੋਟ ਅਗ ਹਰੇ, ਮੈਲ ਖੋਈ ਕੋਟ ਅਗ ਹਰੇ। ਨਿਰਮਲ ਭਇ ਚੀਤਾ, ਨਿਰਮਲ ਭਇ ਚੀਤਾ, ਨਿਰਮਲ ਭਇ ਚੀਤਾ, ਨਿਰਮਲ ਭਇ ਚੀਤਾ। ਮਹਿਮਾ ਸਾਧੂ ਸੰਗ ਦੀ ਵਡਿਆਈ ਹੈ। ਅੰਦਰ ਵਕਾਰ ਦੂਰ ਹੋ ਜਾਂਦੇ ਹਨ।
ਕਰੋੜਾਂ ਪਾਪ ਦੂਰ ਹੋ ਜਾਂਦੇ ਹਨ। ਮੈਲ ਮਾਲਕ ਦੀ ਕਿਰਪਾ ਰਹਿਮਤ ਸਦਕਾ ਉਹ ਮੈਲ ਦੂਰ ਹੋ ਜਾਂਦੀ ਹੈ। ਰਹਾਉ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ। ਐਸੀ ਮਾਲਕ ਜੀ ਦੀ ਭਗਤੀ ਕੀਟ ਹਸਤੀ ਜੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਨਿਮਰਤਾ ਨੇ ਅਹੰਕਾਰ ਨੂੰ ਜਿੱਤ ਲਿਆ, ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਮਹਾਰਾਜ ਜੀ ਨੇ ਬਾਣੀ ਵਿੱਚ ਕਈ ਥਾਵਾਂ ਤੇ ਇਸ ਪ੍ਰਕਰਨ ਦੇ ਨਾਲ ਬਚਨ ਹਨ। ਜਿਵੇਂ ਸ਼ਬਦ ਹੈ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰਿਸ਼ਟਾਈ ਰੇ, ਪਾਤਾਲੀ ਆਕਾਸ਼ੀ ਸਖਨੀ ਲਹਿਬਰ ਬੂਜੀ ਖਾਈ ਰੇ। ਘਰ ਕੀ ਬਿਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ, ਅੱਜ ਕੈ ਵਸ ਗੁਰ ਕੀਨੋ ਕੇਹਰ ਕੂਕਰ ਤਨਹਿ ਲਗਾਈ ਰੇ। ਬਾਜ ਥੂਨੀਆਂ ਛਪਰਾ ਥਾਮਿਆ ਨੀ ਕਰਿਆ ਕਰ ਪਾਇਆ ਰੇ, ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ। ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ, ਮਾਲ ਦੁਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਧਾਇਆ ਰੇ। ਸੋਈ ਅਜਾਨ ਕਹੈ ਮੈਂ ਜਾਨਾ ਜਾਨਣ ਹਾਰ ਨਾ ਛਾਨਾ ਰੇ, ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ ਰੇ। ਇਸੇ ਪ੍ਰਕਰਨ ਤੇ ਹੈ ਉਹ ਵੀ ਸ਼ਬਦ। ਕੀਟ ਹਸਤੀ ਜੀਤਾ, ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਨਿਰਮਾਣਤਾ ਜਦੋਂ ਕੋਲ ਆਈ, ਜਿਹੜਾ ਹਾਥੀ ਵਤ ਅਹੰਕਾਰ ਸੀ, ਗਰਭ ਸੀ, ਉਹਨੂੰ ਇਹਨੇ ਜਿੱਤ ਲਿਆ, ਉਹਨੂੰ ਸਰ ਕਰ ਲਿਆ। ਜਦੋਂ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਕੀੜੀ ਨੇ ਹਾਥੀ ਨੂੰ ਜਿੱਤ ਲਿਆ, ਨਿਮਰਤਾ ਨੇ ਅਹੰਕਾਰ ਨੂੰ ਇਹਨੂੰ ਜਿੱਤ ਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਮਾਲਕ ਦੀ ਕਿਰਪਾ ਰਹਿਮਤ ਸਦਕਾ ਜੋ ਜੋ ਕੀਨੋ ਆਪਨੋ ਤਿਸ ਆਪਹਿ ਦਾਨ ਦਿੱਤਾ। ਜਿਹੜੇ ਜਿਹੜੇ ਉਹਨੇ ਆਪਣੇ ਕਰ ਲਏ, ਜੋ ਜੋ ਕੀਨੋ ਆਪਣੋ, ਮਾਲਕ ਜੀਆਂ ਨੇ ਆਪਣੇ ਕਰ ਲਿਆ ਨਾ, ਟੀਮ ਵਿੱਚ ਪਾ ਲਿਆ, ਆਪਣੇ ਪਾਸੇ ਕਰ ਲਿਆ, ਭਾਈ ਤੂੰ ਇੱਧਰ ਆ। ਜਿਹੜੇ ਜਿਹੜੇ ਉਹਦੇ ਘਰ ਦੇ ਅੰਦਰ ਪ੍ਰਵਾਨ ਹੋਏ ਮਹਾਰਾਜ ਉਹਨਾਂ ਦੀ ਪਏ ਗੱਲ ਕਰਦੇ ਹਨ। ਜੋ ਜੋ ਕੀਨੋ ਆਪਣੋ, ਜਿਹੜੇ ਜਿਹੜੇ ਪਾਤਸ਼ਾਹ ਜੀਆਂ ਨੇ ਆਪਣੇ ਕਰ ਲਏ ਹਨ, ਭਾਈ ਤੂੰ ਇੱਧਰ ਆ, ਤੂੰ ਮੇਰਾ ਆਪਣਾ ਹੈ। ਹਰਸਿਓ ਜੁਰੈ ਤਾਂ ਸਭ ਕੋ ਮੀਤ, ਹਰਸਿਓ ਜੁਰੈ ਤਾਂ ਨਿਰਮਲ ਚੀਤ। ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਹਰੀ ਨਾਲ ਜੁੜ ਗਿਆ, ਜਿਹੜਾ ਹਰੀ ਦੇ ਵੱਲ ਦਾ ਹੋ ਗਿਆ, ਫਿਰ ਭਾਈ ਉਹਨੂੰ ਕਿਸੇ ਵੀ ਗੱਲ ਦੀ ਕੋਈ ਪਰਵਾਹ ਨਹੀਂ, ਕੋਈ ਤੰਗੀ ਤੁਰਸ਼ੀ ਨਹੀਂ ਹੈ। ਜੋ ਜੋ ਕੀਨੋ ਆਪਣੋ, ਜਿਹੜੇ ਜਿਹੜੇ ਉਹਨੇ ਆਪਣੇ ਕਰ ਲਏ ਹਨ, ਜਿਹੜੇ ਮਾਲਕ ਜੀਆਂ ਦੇ ਵੱਲ ਦੇ ਹਨ, ਉਹਦੀ ਟੀਮ ਵਿੱਚ ਕਹਿ ਲਈਏ ਉਹਦੇ ਵੱਲ ਦੇ ਹਨ, ਮਹਾਰਾਜ ਉਹਨਾਂ ਦੀ ਝੋਲੀ ਵਿੱਚ ਕੀ ਬਖਸ਼ਿਸ਼ ਪਾਈ? ਤਿਸ ਅਭੈ ਦਾਨ ਦਿੱਤਾ। ਉਹਨਾਂ ਨੂੰ ਅਭੈ ਪਦਵੀ ਮਾਲਕ ਜੀ ਨੇ ਦੇ ਦਿੱਤੀ। ਉਹਨਾਂ ਦੀ ਝੋਲੀ ਵਿੱਚ ਮਹਾਰਾਜ ਜੀਆਂ ਨੇ ਇਹ ਬਰਕਤ ਪਾਈ ਹੈ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ। ਮਹਾਰਾਜ ਸਿੰਘ ਬਿਲਾਈ ਹੋਏ ਗਇਓ, ਭਾਵ ਜਿਹੜਾ ਸ਼ੇਰ ਹੈ ਉਹ ਹੁਣ ਬਿੱਲੀ ਵੱਤ ਹੋ ਗਿਆ। ਸਿੰਘ ਸਿੰਘ ਕਹੀਏ ਸ਼ੇਰ ਨੂੰ, ਬਿਲਾਈ ਕਹੀਏ ਬਿੱਲੀ ਨੂੰ। ਸਿੰਘ ਬਿਲਾਈ ਹੋਏਗਾ, ਜੀਵਨ ਵਿੱਚ ਨਿਰਮਾਣਤਾ ਆਈ। ਮਾਲਕ ਜੀ ਨੇ ਸਮਤ ਦੇ ਦਿੱਤੀ। ਹੁਣ ਉਹ ਨਿਮਰਤਾ ਦੇ ਅੰਦਰ ਜਿਹੜਾ ਅੰਦਰ ਹੈ, ਇਹ ਨਿਰਮਾਣਤਾ ਦੇ ਅੰਦਰ ਮਨੁਆ ਆ ਗਿਆ ਹੈ। ਗੁਰੂ ਦੀ ਸੰਗਤ ਵਿੱਚ ਕਿਸ ਪ੍ਰਕਾਰ ਆਉਣਾ ਹੈ, ਇਸ ਅੰਦਰ ਨੂੰ ਪਤਾ ਲੱਗ ਗਿਆ ਹੈ। ਤ੍ਰਿਣ ਮੇਰ ਦਿਖੀਤਾ ਤਥਾ, ਜੋ ਮਾਲਕ ਜੀਆਂ ਦੀ ਵਡਿਆਈਆਂ ਹਨ, ਜੋ ਮਾਲਕ ਜੀ ਦੀਆਂ ਬਖਸ਼ਿਸ਼ਾਂ ਹਨ, ਉਹ ਹੁਣ ਭਾਵ ਸਾਧ ਸੰਗਤ ਜੀਓ ਵੱਡੇ ਮੇਰੂ ਪਰਬਤ ਦੀ ਤਰ੍ਹਾਂ ਉਸ ਮਾਲਕ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਜਾਪਦੀਆਂ।
ਮੇਰ ਦਖੀਤਾ, ਮੇਰ ਕਹਿੰਦੇ ਹਨ ਸਾਧ ਸੰਗਤ ਜੀ ਸੁਮੇਰ ਪਰਬਤ ਨੂੰ, ਤ੍ਰਿਣ ਕਹਿੰਦੇ ਹਨ ਟੀਲੇ ਨੂੰ। ਐਸੀ ਮਾਲਕ ਜੀਆਂ ਨੇ ਕਿਰਪਾਲਤਾ ਕੀਤੀ। ਸ਼ਰਮ ਕਰਤੇ ਦਮ ਆੜ ਕੋ ਤੇ ਗਣੀ ਤਨੀਤਾ। ਰਾਜ ਕਹਿਣ ਲੱਗੇ ਭਾਈ ਜਿਹੜੇ ਕੋਈ ਅੱਧੀ ਅੱਧੀ ਕੌਡੀ ਵਾਸਤੇ ਮਿਹਨਤਾਂ ਮਸ਼ੱਕਤਾਂ ਪਏ ਕਰਦੇ ਸਨ, ਸ਼ਰਮ ਕਰਤੇ ਦਮ ਆੜ ਕੋ ਤੇ ਗਣੀ ਤਨੀਤਾ, ਸਾਧ ਸੰਗਤ ਉਹ ਧਨੀਆਂ ਦੇ ਅੰਦਰ ਗਿਣੇ ਗਏ, ਉਹਨਾਂ ਦਾ ਨਾਮ ਧਨੀਆਂ ਦੇ ਅੰਦਰ ਆ ਗਿਆ। ਉਹ ਸਤਕਾਰ ਸਹਿਤ ਸੰਸਾਰ ਦੇ ਅੰਦਰ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਤੁਰੇ। ਕੇਵਲ ਬਾਹਰੀ ਤੌਰ ਤੇ ਧਨ ਹੀ ਨਹੀਂ, ਜਿਨ੍ਹਾਂ ਦੇ ਕੋਲ ਮਾਲਕ ਜੀਆਂ ਨੇ ਅੰਤਰੀਵ ਨਾਮ ਰੂਪੀ ਧਨ ਵੀ ਉਹਨਾਂ ਦੇ ਪੱਲੇ ਪਾ ਦਿੱਤਾ। ਤੇ ਗਨੀ ਸ਼ਰਮ ਕਰਤੇ ਦਮ ਆੜ ਕਉ ਤੇ ਗਨੀ ਧਨੀਤਾ। ਉਹ ਸਾਧ ਸੰਗਤ ਜੀ ਅੱਜ ਧਨੀ ਗਿਣੇ ਗਏ ਹਨ, ਉਹਨਾਂ ਦਾ ਨਾਮ ਸਤਕਾਰ ਸਹਿਤ ਲਿਆ ਜਾਂਦਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬੈਠੇ ਹੋਏ ਹਨ ਸੰਗਤ ਅੰਦਰ। ਇਸੇ ਤਰ੍ਹਾਂ ਸੰਗਤ ਜੁੜੀ ਹੈ ਪਾਤਸ਼ਾਹ ਜੀ ਦੇ ਕੋਲ। ਮਹਾਰਾਜ ਜੀਆਂ ਦੇ ਕੋਲ ਬੈਠਿਆਂ ਪ੍ਰਕਰਨ ਚੱਲਿਆ, ਮਹਾਰਾਜ ਦੁਨੀਆ ਤੇ ਨਾਮ ਕਿੰਨਾ ਦਾ ਰਹਿੰਦਾ ਹੈ। ਬੰਦਾ ਸਾਰੀ ਉਮਰ ਇਸੇ ਹੀ ਗੱਲ ਵਿੱਚ ਹੈ ਨਾ ਵੀ ਮੇਰਾ ਨਾਮ ਰਹਿ ਜਾਏ, ਮੈਨੂੰ ਜਾਣ ਜਾਏ, ਫਲਾਣਾ ਸਿਉਂ ਫਲਾਣਾ ਸਿਉਂ। ਮਹਾਰਾਜ ਬੈਠੇ ਬੈਠੇ ਲੱਗੇ ਕਹਿਣ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਦੱਸੋ ਬਾਬਾ ਕਬੀਰ ਸਾਹਿਬ ਜੀਆਂ ਦੇ ਵੇਲੇ ਕਿਹੜਾ ਬਾਦਸ਼ਾਹ ਸੀ? ਬੈਠੇ ਬੈਠੇ ਕੋਈ ਕਿਸੇ ਦਾ ਨਾਮ ਲਵੇ, ਕੋਈ ਕਿਸੇ ਦਾ ਨਾਮ ਲਵੇ। ਜਿਹੜੇ ਉਸ ਵਕਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਹਨ, ਭਾਈ ਆਪਾਂ ਇਹ ਨਹੀਂ ਵੇਖਣਾ ਵੀ ਰਾਜ ਕਿਹਦਾ ਸੀ, ਆਪਾਂ ਤਾਂ ਵੇਖਣਾ ਹੈ ਨਾਮ ਕਿਸ ਦਾ ਰਹਿੰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਰਹੋ ਸਾਧੂ ਰਹੋ, ਰਹਿਓ ਗੁਰ ਗੋਬਿੰਦ। ਕਿੰਨਾ ਦਾ ਨਾਮ ਜਗਤ ਵਿੱਚ ਰਹਿੰਦਾ ਹੈ? ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਾ। ਭਾਈ ਵੇਖੋ ਬਾਬਾ ਕਬੀਰ ਸਾਹਿਬ ਜੀ ਦਾ ਨਾਮ ਤਾਂ ਆਪਾਂ ਨੂੰ ਯਾਦ ਹੈ, ਪਰ ਉਸ ਵਕਤ ਦਾ ਰਾਜਾ ਕਿਹੜਾ ਸੀ ਭਾਈ ਇਹ ਨਹੀਂ ਆਪਾਂ ਨੂੰ ਪਤਾ। ਨਾਮ ਉਹਨਾਂ ਦਾ ਰਹਿੰਦਾ ਹੈ ਸੰਸਾਰ ਦੇ ਅੰਦਰ। ਬਾਬਾ ਕਬੀਰ ਸਾਹਿਬ ਜੀ ਦਾ ਨਾਮ ਹੈ, ਮਹਾਂਪੁਰਸ਼ਾਂ ਦਾ ਨਾਮ, ਸਤਿਕਾਰਯੋਗ ਭਗਤ ਸਾਹਿਬਾਨ, ਭੱਟ ਸਾਹਿਬਾਨ ਜਿਨ੍ਹਾਂ ਨੇ ਮਹਾਰਾਜ ਜੀ ਦੀਆਂ ਉਸਤਤ ਗਾਈ, ਅੱਜ ਵੀ ਆਪਾਂ ਉਹਨਾਂ ਨੂੰ ਯਾਦ ਦਰਸ਼ਨ ਕਰਦੇ ਹਾਂ, ਨਮਸਕਾਰ ਕਰਨੇ ਹਾਂ। ਭਾਈ ਸ਼ਰਮ ਕਰਤੇ ਦਮ ਆੜ ਕੋ ਤੇ ਗਨੀ ਧਨੀਤਾ। ਉਹ ਧਨੀਆਂ ਦੇ ਅੰਦਰ ਗਣੇ ਗਏ ਜਿਹੜੇ ਕੋਈ ਅੱਧੀ ਕੌਡੀ ਵਾਸਤੇ ਵੀ ਕਿਸੇ ਵੇਲੇ ਮੁਹਤਾਜ ਸਨ। ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ, ਦਿਨ ਬਦਲਦਿਆਂ ਦੇਰ ਨਹੀਂ ਲਾਉਂਦਾ। ਹਰ ਕੀ ਗਤ ਨੈ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਗ ਸਿਆਣੇ। ਰਹਾਓ ਛਿਨ ਮੈਂ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਇਹ ਤਾਂ ਕੋ ਵਿਵਹਾਰੇ। ਉਹਦਾ ਕੀ ਪਤਾ ਕਿਹੜੇ ਖਾਲੀ ਨੂੰ ਭਰਦੇ, ਭਰਿਆ ਨੂੰ 1 ਮਿੰਟ ਚ ਇਧਰੋਂ ਖਾਲੀ ਕਰਕੇ ਤੋਰਦਾ। ਇਹ ਉਹਦੀ ਮਾਲਕ ਜੀ ਦੀ ਵਡਿਆਈ ਹੈ, ਉਸ ਮਾਲਕ ਸੱਚੇ ਪਾਤਸ਼ਾਹ ਜੀ ਦੀ ਕਿਰਪਾਲਤਾ ਹੈ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਏ ਮੇਰੇ ਮਾਲਕ ਜੀ, ਮੈਂ ਆਪ ਜੀ ਦੇ ਬੇਅੰਤ ਆਪ ਜੀਆਂ ਦੇ ਗੁਣ ਹਨ, ਮੈਂ ਕਿਹੜੀ ਵਡਿਆਈ ਕਹਿ ਸਕਾਂ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਹੈ ਮਾਲਕ ਜੀ ਤੁਸੀਂ ਬੇਅੰਤ ਗੁਣਾਂ ਦੇ ਮਾਲਕ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਵਨ ਵਡਾਈ ਕਹਿ ਸਕੋ, ਇੱਕ ਦੂਜੀ ਪਉ ਲੱਖ ਹੋਹੇ, ਲੱਖ ਹੋਵੈ ਲੱਖ 20, ਲੱਖ ਲੱਖ ਕਿਹੜਾ ਆਖੀਐ ਏਕ ਨਾਮ ਜਗਦੀਸ਼। ਪਾਤਸ਼ਾਹ ਜੇ ਇੰਨੀਆਂ ਵੀ ਜੇਬਾਂ ਹੋ ਜਾਣ
ਤਾਂ ਵੀ ਆਪ ਜੀਆਂ ਦੇ ਗੁਣਾਂ ਨੂੰ, ਆਪ ਜੀਆਂ ਦੀਆਂ ਵਡਿਆਈਆਂ ਨੂੰ ਅਸੀਂ ਗਿਣ ਨਹੀਂ ਸਕਦੇ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸਤ ਸੰਗਤ ਰਾਮ ਹਿਰਦੈ ਬਸਾਈ, ਰਹਾਉ ਹਨੂਮਾਨ ਸਰ ਗਰੁੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ। ਕਮਲਾ ਪਤ ਕਵਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰ ਨਾਹੀ, ਤੇਰੇ ਕਵਨ ਕਵਨ ਗੁਣ ਕਹਿ ਕਹਿਗਾ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਹੇ ਮੇਰੇ ਮਾਲਕ ਜੀ, ਮੈਂ ਆਪ ਜੀ ਦੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਬਿਆਨ ਕਰਾਂ। ਭਾਵ ਆਪ ਜੀ ਦੀਆਂ ਵਡਿਆਈਆਂ ਕਹਿਣੇ ਕਥਨ ਤੋਂ ਬਾਹਰ ਹਨ। ਪਾਤਸ਼ਾਹ, ਤੁਸੀਂ ਇੱਕ ਵੱਡੇ ਡੂੰਘੇ ਸਮੁੰਦਰ ਦੀ ਨਿਆਈਵਤ ਹੋ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਕਿਵੇਂ ਉਹਦਾ ਕੋਈ ਅੰਦਾਜ਼ਾ ਲਾ ਸਕਦੇ ਹਾਂ? ਅਸੀਂ ਤਾਂ ਇੱਕ ਨਿੱਕੀ ਜੀ ਮਛਲੀ ਵੱਤ ਹਾਂ। ਮਛਲੀ ਪਾਣੀ ਵਿੱਚ ਰਹਿ ਸਕਦੀ, ਉਹਦਾ ਜੀਵਨ ਹੈ, ਪਰ ਮਛਲੀ ਬਾਹਰ ਆ ਕੇ ਇੰਨਾ ਕਹਿ ਦਵੇ ਵੀ ਮੈਂ ਸਾਰਾ ਵੇਖ ਆਈ ਹਾਂ, ਇੰਨੀ ਡੂੰਘਾਈ, ਇੰਨੀ ਇਹਦੇ ਅੰਦਰ ਪਾਣੀ ਹੈ, ਇੰਨੇ ਇਹਦੇ ਅੰਦਰ ਪਦਾਰਥ ਨੇ, ਇੰਨੇ ਰਤਨ, ਲੋਕ ਹੱਸ ਪੈਣਗੇ ਕਿ ਮਛਲੀ ਨੇ ਕਿਸ ਪ੍ਰਕਾਰ ਦੇ ਨਾਲ ਇੱਕ ਸਮੁੰਦਰ ਦਾ ਅੰਤ ਪਾਲਿਆ ਹੈ। ਨਹੀਂ ਭਾਈ, ਨਹੀਂ ਪਾ ਸਕਦੀ। ਤੂੰ ਠਾਕੁਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਵਡਦਾਣਾ, ਕਰ ਮਿਹ ਰਮਤ ਸਾਈ। ਕਿਰਪਾ ਕੀਜੈ ਸਾਮਤ ਦੀਜੈ, ਆਠ ਪੈਰ ਤੁਧ ਧਿਆਈ। ਗਰਭ ਨਾ ਕੀਜੈ ਰੇਨ ਹੋ ਵੀਜੈ, ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਪਾਤਸ਼ਾਹ, ਮੇਰੇ ਤੋਂ ਤਾਂ ਹੋਰ ਵੀ ਬੜੇ ਗੁਣਾਂ ਦੇ ਮਾਲਕ ਸੰਗਤ ਵਿੱਚ ਆਪ ਜੀ ਦੀਆਂ ਦਾਸੀਆਂ ਹਨ। ਮੇਰਾ ਤਾਂ ਕੋਈ ਹੋਰ ਉਹਨਾਂ ਅੰਦਰ ਕੋਈ ਗਿਣਤੀ ਮਿਣਤੀ ਵੀ ਨਹੀਂ। ਕਵਨ ਵਡਾਈ ਕਹਿ ਸਕੋ ਪਾਤਸ਼ਾਹ, ਮੈਂ ਆਪ ਜੀਆਂ ਦੀ ਕਿਹੜੀ ਵਡਿਆਈ ਬਿਆਨ ਕਰ ਸਕਾਂ। ਹੇ ਮਾਲਕ ਜੀ, ਆਪ ਬੇਅੰਤ ਗੁਣਾਂ ਦੇ ਮਾਲਕ ਹੋ। ਕਰ ਕਿਰਪਾ ਮੋਹਿ ਨਾਮ ਦੇਉ, ਨਾਨਕ ਦਰ ਸਰੀਤਾ। ਹੇ ਮਾਲਕ ਜੀ, ਮੈਂ ਆਪ ਜੀਆਂ ਦੇ ਦਰ ਦਾ ਸਰੀਤਾ ਕਹੀਏ ਗੁਲਾਮ ਹਾਂ, ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਹੇ ਮਾਲਕ ਜੀ, ਕਿਰਪਾ ਕਰੋ, ਤੁਸੀਂ ਮੈਨੂੰ ਨਾਮ ਦੀ ਕਣਕਾ ਮਾਤਰ ਝੂੜੀ ਵਿੱਚ ਪਾਓ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਮੈਂ ਆਪ ਜੀਆਂ ਦੇ ਦਰ ਦਾ ਗੁਲਾਮ ਹਾਂ, ਮੈਂ ਆਪ ਜੀਆਂ ਦੇ ਘਰ ਦਾ ਗੁਲਾਮ ਹਾਂ, ਆਪ ਜੀਆਂ ਦੇ ਘਰ ਦਾ ਭਿਖਾਰੀ ਹਾਂ। ਕਿਰਪਾ ਕਰੋ, ਝੂੜੀ ਅੰਦਰ ਨਾਮ ਦੀ ਬਖਸ਼ਿਸ਼, ਨਾਮ ਦੀ ਵਡਿਆਈ ਮਾਲਕ ਦੀ ਝੂੜੀ ਵਿੱਚ ਪਾ ਦੇਵੋ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨਹ ਖੁਦਾਈ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਹੈ ਮੇਰੇ ਮਾਲਕ ਜੀ, ਬੰਦਗੀ ਦੀ ਖੈਰ ਝੂੜੀ ਦੇ ਅੰਦਰ ਪਾਉਣੀ ਕਰੋ। ਮਹਾਰਾਜ ਜੀ ਪਾਵਨ ਪਵਿੱਤਰ ਬਚਨ ਕਰਦੇ ਹਨ। ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਬੇਨਤੀ ਕੀਤੀ, ਤੋਏ ਅਰਜੋੜ ਮੰਗੋ ਇੱਕ ਦਾਨਾ। ਸਾਹਿਬ ਤੁਠੈ ਪਾਵਾਂ ਸਾਸ ਸਾਸ, ਨਾਨਕ ਆਰਾਧੇ। ਆਠ ਪਹਿਰ ਗੁਣ ਗਾਵਾਂ। ਮਾਲਕ ਜੀ, ਮੈਂ ਆਪ ਜੀਆਂ ਦੇ ਨਾਮ ਨੂੰ, ਆਪ ਜੀਆਂ ਦੇ ਗੁਣਾਂ ਨੂੰ ਮਾਲਕ ਜੀ ਮੈਂ ਅੱਠੇ ਪੈਰ ਗਾਉਂਦਾ ਰਹਾ। ਕਰ ਕਿਰਪਾ ਮੋਹਿ ਨਾਮ ਦੇਹੋ, ਕਰ ਕਿਰਪਾ ਮੋਹਿ ਨਾਮ ਦੇਹੋ। ਕਰ ਕਿਰਪਾ ਮੋਹਿ ਨਾਮ ਦੇਹੋ, ਕਰ ਕਿਰਪਾ ਮੋਹਿ ਨਾਮ ਦੇਹੋ। ਕਰ ਕਿਰਪਾ ਮੋਹਿ ਨਾਮ ਦੇਹੋ, ਕਰ ਕਿਰਪਾ ਮੋਹਿ ਨਾਮ ਦੇਹੋ। ਕਰ ਕਿਰਪਾ ਮੋਹਿ ਨਾਮ ਦੇਹੋ, ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ
दर्श रीता, नानक दर्श रीता, नानक दर्श रीता, नानक दर्श रीता, दर्श रीता, नानक दर्श रीता, नानक दर्श रीता, नानक दर्श रीता। ਜੀਆਂ ਦੇ ਕੋਲੋਂ ਇਹੋ ਹੀ ਮੰਗ ਮਹਾਰਾਜ ਜੀਆਂ ਦੇ ਕਰੋ ਮੰਗੀਏ, ਪਾਤਸ਼ਾਹ ਜ਼ਰੂਰ ਰਹਿਮਤ ਕਰਨਗੇ। ਤਥਾ ਜਦੋਂ ਉਹ ਮਾਲਕ ਜੀ ਦੀ ਵਡਿਆਈ, ਮਾਲਕ ਜੀ ਦੇ ਗੁਣ ਕੋਈ ਗਾਉਣੇ ਪ੍ਰਾਰੰਭ ਕਰ ਦਵੇ ਭਾਈ, ਫਿਰ ਹੋਰ ਕਿਸੇ ਵੀ ਸ਼ੈ ਦੀ ਕੋਈ ਕਮੀ ਬਾਕੀ ਰਹਿ ਹੀ ਨਹੀਂ ਜਾਂਦੀ। ਰੁੱਖ ਦੇ ਕੋਲ ਜਾ ਕੇ ਕਦੇ ਕੋਈ ਉਹਦੀ ਛਾਂ ਮੰਗ ਲਵੇ, ਕਦੇ ਕੋਈ ਫੁੱਲ ਮੰਗ ਲਏ, ਕਦੇ ਫਲ ਮੰਗ ਲਵੇ, ਕਿਉਂ ਨਾ ਰੁੱਖ ਦੇ ਕੋਲੋਂ ਸਾਲਮ ਰੁੱਖ ਹੀ ਮੰਗ ਲਿਆ ਜਾਏ, ਫਿਰ ਸਾਰਾ ਕੁਝ ਹੀ ਵਿੱਚ ਹੀ ਆ ਜਾਂਦਾ ਹੈ। ਨਾਮ ਦੇ ਅੰਦਰ, ਨਾਮ ਵਡਿਆਈ ਦੇ ਅੰਦਰ ਸਾਰੀਆਂ ਬਰਕਤਾਂ ਮਹਾਰਾਜ ਜੀ ਦੀਆਂ ਆ ਜਾਂਦੀਆਂ ਹਨ। ਸਤਿਗੁਰੂ ਰਹਿਮਤਾਂ ਕਰਨ। ਪਾਵਨ ਪਵਿੱਤਰ ਕਥਾ ਵਿਚਾਰ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ